ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਪਹਿਲੇ ਚੈਪਟਰ ਦੀ ਸ਼ੁਰੂਆਤ ਕਰਾਂਗੇ, ਆਫਿਸ ਟੂਲਸ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਆਫਿਸ ਟੂਲ ਦੇ ਸ਼ਬਦ ਤੋਂ ਹੀ ਪਤਾ ਲੱਗਦਾ ਹੈ ਉਹ ਸੌਫਟਵੇਅਰ, ਉਹ ਐਪਸ ਜਿਹੜੀਆਂ ਆਪਾਂ ਨੂੰ ਆਫਿਸ ਦੇ ਕੰਮਾਂ ਦੇ ਵਿੱਚ ਹੈਲਪ ਕਰਦੀਆਂ ਹਨ। ਤੁਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਜਾਓਗੇ, ਤੁਹਾਨੂੰ ਚਿੱਠੀ ਦੀ ਜ਼ਰੂਰਤ ਪੈਂਦੀ ਹੈ, ਤੁਹਾਨੂੰ ਹਿਸਾਬ ਕਿਤਾਬ ਦੇ ਨਾਲ ਰਿਲੇਟਡ ਸਾਰੇ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਹੈ। ਇਹਨਾਂ ਕੰਮਾਂ ਨੂੰ ਆਸਾਨ ਕਰਨ ਦੇ ਲਈ ਆਫਿਸ ਟੂਲਸ ਬਣਾਏ ਗਏ ਹਨ। ਆਓ ਇਹਨਾਂ ਬਾਰੇ ਥੋੜੀ ਜਾਣਕਾਰੀ ਲਈਏ। ਇੰਟਰੋਡਕਸ਼ਨ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਕੰਮ ਪੂਰਾ ਕਰਨ ਲਈ ਹਾਰਡਵੇਅਰ ਅਤੇ ਸੌਫਟਵੇਅਰ ਇਕੱਠੇ ਕੰਮ ਕਰਦੇ ਹਨ। ਕੰਪਿਊਟਰ ਸੌਫਟਵੇਅਰ ਨੂੰ ਦੋ ਵਿਆਪਕ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ। ਸਿਸਟਮ ਸੌਫਟਵੇਅਰ ਵਿੱਚ ਅਜਿਹੇ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਜੋ ਕੰਪਿਊਟਰ ਦੇ ਉਪਕਰਣਾਂ ਦੇ ਸੰਚਾਲਨ ਨੂੰ ਕੰਟਰੋਲ ਕਰਦੇ ਹਨ। ਮੈਮਰੀ ਮੈਨੇਜਮੈਂਟ, ਪ੍ਰੋਫਾਈਲਿੰਗ, ਲੋਡਿੰਗ, ਸਟੋਰਿੰਗ ਐਂਡ ਐਪਲੀਕੇਸ਼ਨ ਪ੍ਰੋਗਰਾਮਸ। ਇਸ ਦੀ ਐਗਜ਼ਾਮਪਲ ਅਸੀਂ ਕਹਿ ਸਕਦੇ ਹਾਂ ਵਿੰਡੋਜ਼, ਲਾਈਨਕਸ, ਯੂਨਿਕਸ। ਇਹ ਸਾਰੇ ਸਿਸਟਮ ਸੌਫਟਵੇਅਰ ਹਨ ਜੋ ਯੂਜ਼ਰ ਅਤੇ ਹਾਰਡਵੇਅਰ ਦੇ ਵਿਚਾਲੇ ਇੰਟਰਫੇਸ ਬਣਦੇ ਹਨ। ਬਿਨਾਂ ਸਿਸਟਮ ਸੌਫਟਵੇਅਰ ਦੇ, ਬਿਨਾਂ ਹਿਦਾਇਤਾਂ ਦੇ ਸਮੂਹ ਦੇ, ਕੰਪਿਊਟਰ ਜਸਟ ਇੱਕ ਮਸ਼ੀਨ ਹੈ, ਇੱਕ ਹਾਰਡਵੇਅਰ ਹੈ ਜਿਸ ਨੂੰ ਤੁਸੀਂ ਚਲਾ ਨਹੀਂ ਸਕਦੇ। ਇਹਨਾਂ ਦੇ ਉਪਕਰਣਾਂ ਦੀ ਵਰਤੋਂ ਦੇ ਲਈ ਤੁਹਾਨੂੰ ਸਿਸਟਮ ਸੌਫਟਵੇਅਰ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਫੋਨ ਦੇ ਵਿੱਚ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਐਂਡਰੋਇਡ, iOS etc. ਐਪਲੀਕੇਸ਼ਨ ਸੌਫਟਵੇਅਰਸ ਉਹ ਸੌਫਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ, ਜਿਵੇਂ ਕਿ ਵਰਡ ਪ੍ਰੋਸੈਸਿੰਗ, ਟਾਈਪਿੰਗ, ਅਕਾਊਂਟਿੰਗ, ਅਕਾਊਂਟ ਰਿਲੇਟਡ ਡਾਕੂਮੈਂਟਸ, ਹਿਸਾਬ ਕਿਤਾਬ ਕਰਨਾ, ਸਟੂਡੈਂਟਸ ਦੇ ਸਕੋਰ ਚੈੱਕ ਕਰਨੇ, ਸਟੂਡੈਂਟਸ ਦਾ ਰਿਜ਼ਲਟ ਬਣਾਉਣਾ, ਬਜਟ ਜਾਂ ਪੇਰੋਲ, ਖਰਚਾ। ਐਪਲੀਕੇਸ਼ਨ ਸੌਫਟਵੇਅਰ ਦੀ ਸ਼੍ਰੇਣੀ ਦੇ ਅਧੀਨ ਆਉਂਦੇ ਹਨ। ਇਹ ਸਾਰੇ ਐਪਲੀਕੇਸ਼ਨ ਸੌਫਟਵੇਅਰਸ ਹਨ। ਇਸ ਦੀ ਇੱਕ ਹੋਰ ਐਗਜ਼ਾਮਪਲ, ਡੇ ਟੂ ਡੇ ਅੱਜ ਕੱਲ੍ਹ ਫੋਨਸ ਦੇ ਵਿੱਚ ਵੀ ਇਹ ਸਾਰੇ ਸੌਫਟਵੇਅਰ ਉਪਲਬਧ ਹੋ ਜਾਂਦੇ ਹਨ। ਤੁਸੀਂ ਫੋਨ ਦੇ ਵਿੱਚ ਕਮਿਊਨੀਕੇਸ਼ਨ ਦੇ ਲਈ WhatsApp ਯੂਜ਼ ਕਰਦੇ ਹੋ, ਮੇਲ ਦੇ ਲਈ, ਈਮੇਲ ਕਰਨ ਦੇ ਲਈ ਮੇਲ ਸੌਫਟਵੇਅਰ ਜਿਹੜੇ ਹੁੰਦੇ ਹਨ ਉਸਦੇ Gmail ਯੂਜ਼ ਕਰਦੇ ਹੋ। ਗੇਮਸ ਦੇ ਲਈ ਕਈ ਤਰ੍ਹਾਂ ਦੀਆਂ ਐਪਸ ਹੋਰ ਆਉਂਦੀਆਂ ਹਨ, ਵੱਖ-ਵੱਖ ਤਰ੍ਹਾਂ ਦੀਆਂ। ਉਹ ਸਾਰੀਆਂ ਐਪਲੀਕੇਸ਼ਨ ਸੌਫਟਵੇਅਰ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਸ਼ਾਰਟ ਦੇ ਵਿੱਚ ਐਪ ਕਹਿ ਦਿੰਦੇ ਹਾਂ। ਨਾਓ ਇੰਟਰੋਡਕਸ਼ਨ ਟੂ ਆਫਿਸ ਟੂਲਸ। ਆਫਿਸ ਟੂਲਸ ਕੀ ਹਨ ਅਤੇ ਆਪਾਂ ਐਜ਼ ਅ ਯੂਜ਼ਰ ਇਸ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ। ਆਫਿਸ ਟੂਲ ਸੌਫਟਵੇਅਰ ਉਹ ਪ੍ਰੋਗਰਾਮ ਹੁੰਦੇ ਹਨ ਜੋ ਕੰਪਿਊਟਰ ਦੇ ਯੂਜ਼ਰ ਨੂੰ ਆਪਣੇ ਕੰਮ ਵਾਲੀ ਥਾਂ ਉੱਤੇ ਵਧੇਰੇ ਲਾਭਕਾਰੀ ਅਤੇ ਕੁਸ਼ਲ ਬਣਾਉਣ ਲਈ ਡਿਜ਼ਾਈਨ ਕੀਤੇ ਜਾਂਦੇ ਹਨ। ਆਫਿਸ ਪ੍ਰੋਡਕਟਿਵਿਟੀ ਟੂਲਸ ਦੀ ਰੇਂਜ ਵਰਡ ਪ੍ਰੋਸੈਸਿੰਗ ਤੋਂ ਸਪਰੈਡਸ਼ੀਟ, ਪ੍ਰੈਜੈਂਟੇਸ਼ਨ ਅਤੇ ਡਾਟਾਬੇਸ ਆਦਿ ਤੱਕ ਹੈ। What is productivity? ਪ੍ਰੋਡਕਟਿਵਿਟੀ ਕੀ ਹੈ? ਪ੍ਰੋਡਕਟਿਵਿਟੀ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਜਿਹੜਾ ਕੰਮ ਤੁਸੀਂ ਆਸਾਨੀ ਅਤੇ ਤੇਜ਼ ਰਫ਼ਤਾਰ ਨਾਲ ਕਰ ਸਕੋ, ਉਹ ਪ੍ਰੋਡਕਟਿਵਿਟੀ ਦੇ ਵਿੱਚ ਆਉਂਦਾ ਹੈ, ਜਿਸ ਦਾ ਕੋਈ ਰਿਜ਼ਲਟ ਨਿਕਲੇ। ਆਫਿਸ ਪ੍ਰੋਡਕਟਿਵਿਟੀ ਟੂਲਸ ਉਹ ਐਪਲੀਕੇਸ਼ਨ ਪ੍ਰੋਗਰਾਮ ਸ਼੍ਰੇਣੀਆਂ ਹਨ ਜੋ ਯੂਜ਼ਰ ਨੂੰ ਡਾਕੂਮੈਂਟ, ਡਾਟਾਬੇਸ, ਗ੍ਰਾਫ, ਵਰਕਸ਼ੀਟਾਂ, ਪ੍ਰੈਜੈਂਟੇਸ਼ਨਾਂ ਵਰਗੀਆਂ ਚੀਜ਼ਾਂ ਤਿਆਰ ਕਰਨ ਦੀ ਸਹਾਇਤਾ ਕਰਦੇ ਹਨ। ਬਹੁਤ ਸਾਰੇ ਪ੍ਰੋਡਕਟਿਵਿਟੀ ਟੂਲਸ
ਵਪਾਰਕ ਵਰਤੋਂ ਵੀ ਵਰਤਿਆ ਜਾਂਦਾ ਹੈ। ਇਹਨਾਂ ਦੀਆਂ ਉਦਾਹਰਨਾਂ ਵਰਡ ਪ੍ਰੋਸੈਸਿੰਗ, ਡਾਟਾਬੇਸ ਮੈਨੇਜਮੈਂਟ ਸਿਸਟਮ, ਗ੍ਰਾਫਿਕਲ ਸੌਫਟਵੇਅਰ ਆਦਿ ਹਨ। ਆਫਿਸ ਟੂਲ ਦੀਆਂ ਕਿਸਮਾਂ। ਵਰਡ ਪ੍ਰੋਸੈਸਿੰਗ ਟੂਲ, ਜ਼ਾਹਿਰ ਹੈ ਵਰਡ ਤੋਂ ਮਤਲਬ ਟਾਈਪਿੰਗ, MS ਵਰਡ, ਵਰਡਪੈਡ, ਨੋਟਪੈਡ ਆਦਿ। ਡਾਟਾਬੇਸ ਸੌਫਟਵੇਅਰ ਟੂਲਸ, ਡਾਟਾਬੇਸ ਸੰਬੰਧੀ, ਜੋ ਡਾਟਾਬੇਸ ਨੂੰ ਸੰਗਠਿਤ ਕਰਨ ਦੇ ਵਿੱਚ ਹੈਲਪ ਕਰਦਾ ਹੈ। MS ਐਕਸੈਸ, DBase ਆਦਿ। ਸਪਰੈਡਸ਼ੀਟ ਟੂਲਸ, ਵਾਟ ਇਜ਼ ਅ ਸ਼ੀਟ? ਤੁਸੀਂ ਨਾਰਮਲ ਲਾਈਫ ਦੇ ਵਿੱਚ ਜਦੋਂ ਵੀ ਮੈਥਮੈਟੀਕਲ ਹਿਸਾਬ ਦੇ ਰਿਲੇਟਡ, ਗਣਿਤ ਦੇ ਰਿਲੇਟਡ ਕੋਈ ਵੀ ਚੀਜ਼ ਕਰਦੇ ਹੋ, ਕਾਪੀ ਤੇ ਸ਼ੀਟਸ ਬਣਾਉਂਦੇ ਹੋ। ਇਸੇ ਨੂੰ ਸਖਾਲਾ ਕਰਨ ਦੇ ਲਈ ਸਪਰੈਡਸ਼ੀਟ ਟੂਲਸ ਬਣਾਏ ਗਏ ਹਨ। ਸਪਰੈਡਸ਼ੀਟ ਟੂਲਸ ਦਾ ਉਪਯੋਗ ਬਜਟ, ਫਾਈਨੈਂਸ਼ੀਅਲ ਸਟੇਟਮੈਂਟਸ ਅਤੇ ਵਿਕਰੀ ਰਿਕਾਰਡ ਦੀ ਸੰਭਾਲ ਲਈ ਕੀਤਾ ਜਾਂਦਾ ਹੈ। ਸਕੂਲਾਂ ਦੇ ਵਿੱਚ ਇਸ ਦਾ ਇਸਤੇਮਾਲ ਸਟੂਡੈਂਟਸ ਦੇ ਰੋਲ ਨੰਬਰ, ਸਟੂਡੈਂਟਸ ਦੇ ਡਿਟੇਲ, ਸਟੂਡੈਂਟਸ ਦੇ ਰਿਜ਼ਲਟ ਇਕੱਠਿਤ ਕਰਨ ਲਈ ਜਾਂ ਸੰਭਾਲ ਕੇ ਰੱਖਣ ਲਈ ਕੀਤਾ ਜਾਂਦਾ ਹੈ। ਪ੍ਰੈਜੈਂਟੇਸ਼ਨ ਟੂਲ। ਹੁਣ ਪ੍ਰੈਜੈਂਟੇਸ਼ਨ ਇਜ਼ ਬੇਸਿਕਲੀ ਅ ਲਾਈਵ, ਜਦੋਂ ਤੁਸੀਂ ਕਿਸੇ ਸਟੇਜ 'ਤੇ ਕਿਸੇ ਸਾਹਮਣੇ, ਕਿਸੇ ਦਰਸ਼ਕਾਂ ਸਾਹਮਣੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਹੋ, ਆਪਦੇ ਸ਼ਬਦ ਜਾਂ ਆਪਦੀ ਸੋਚ ਨੂੰ ਪ੍ਰੈਜ਼ੈਂਟ ਕਰਦੇ ਹੋ, ਉਹ ਸਾਰਾ ਇੱਕ ਫੇਸ ਟੂ ਫੇਸ ਕੰਮ ਹੁੰਦਾ ਹੈ। ਪ੍ਰੈਜੈਂਟੇਸ਼ਨ ਟੂਲ ਜਿਹੜੇ ਆਫਿਸ ਦੇ ਵਿੱਚ ਤੁਹਾਨੂੰ ਦਿੱਤੇ ਗਏ ਹਨ, ਇਹਨਾਂ ਦੇ ਵਿੱਚ ਤੁਸੀਂ ਆਪਦੀ ਪ੍ਰੈਜੈਂਟੇਸ਼ਨ ਨੂੰ ਹੋਰ ਆਕਰਸ਼ਿਤ ਬਣਾ ਸਕਦੇ ਹੋ, ਪਿਕਚਰਸ ਐਡ ਕਰ ਸਕਦੇ ਹੋ। ਸੋਚ ਕੇ ਦੇਖੋ ਕਿ ਇੱਕ ਤੁਸੀਂ ਰੈਗੂਲਰ ਸਪੀਚ ਦੇ ਰਹੇ ਹੋ, ਰੈਗੂਲਰ ਸਪੀਚ ਦੇ ਦੌਰਾਨ ਕੁਝ ਇੱਕ ਦਰਸ਼ਕ ਨਹੀਂ ਆਕਰਸ਼ਿਤ ਉਸ ਤਰ੍ਹਾਂ ਨਾਲ ਨਹੀਂ ਖਿੱਚ ਪਾਉਂਦੇ ਜਿਵੇਂ ਤੁਸੀਂ ਇੱਕ ਬੈਕਗਰਾਊਂਡ ਤੇ ਪ੍ਰੈਜੈਂਟੇਸ਼ਨ ਬਹੁਤ ਤਕੜੀ ਪਿਕਚਰ ਲਾਈ ਹੋਵੇ ਤੇ ਉਸ ਨੂੰ ਡਿਟੇਲ ਨਾਲ ਤੁਸੀਂ ਸਮਝਾ ਰਹੇ ਹੋ। ਐਂਡ ਵਿਦ ਦਿਸ ਪ੍ਰੈਜੈਂਟੇਸ਼ਨ ਟੂਲ ਤੁਸੀਂ ਇੱਕ ਸਲਾਈਡ ਸ਼ੋ ਬਣਾ ਸਕਦੇ ਹੋ, ਅਲੱਗ-ਅਲੱਗ ਪਿਕਚਰਾਂ ਦਾ ਸਮੂਹ, ਅਲੱਗ-ਅਲੱਗ ਮੈਸੇजेस ਦਾ ਸਮੂਹ। ਉਸ ਦੇ ਨਾਲ ਦਰਸ਼ਕਾਂ ਦੇ ਦੇਖਣ ਦੀ ਖਿੱਚ ਪੈਦਾ ਹੁੰਦੀ ਹੈ। ਦੈਨ ਮਲਟੀਮੀਡੀਆ ਸੌਫਟਵੇਅਰ। ਮਲਟੀਮੀਡੀਆ ਤੋਂ ਭਾਵ ਮਲਟੀਮੀਡੀਆ ਤੋਂ ਭਾਵ ਹੈ ਕਿ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਵੀਡੀਓ ਜਾਂ ਆਡੀਓ ਦੇ ਰੂਪ ਦੇ ਵਿੱਚ ਆਉਂਦੀ ਹੈ। ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਮੀਡੀਆ ਟੂਲ ਦੇ ਉਦਾਹਰਣ ਹਨ। ਇਹ ਟੂਲ ਯੂਜ਼ਰ ਨੂੰ ਆਡੀਓਜ਼, ਵੀਡੀਓਜ਼ ਬਣਾਉਣ ਦੀ ਮਦਦ ਕਰਦਾ ਹੈ। MS ਵਰਡ ਦਾ ਇਸਤੇਮਾਲ। MS ਵਰਡ ਨੂੰ ਤੁਸੀਂ ਕਿਵੇਂ ਯੂਜ਼ ਕਰ ਸਕਦੇ ਹੋ? ਜਿਵੇਂ ਕਿ ਅਸੀਂ ਪਿਛਲੀ ਜਮਾਤ ਵਿੱਚ MS ਵਰਡ ਦੀਆਂ ਕਈ ਵਿਸ਼ੇਸ਼ਤਾਵਾਂ ਪੜ੍ਹੀਆਂ ਹਨ। ਡਾਕੂਮੈਂਟ ਬਣਾਉਣਾ, ਐਡਿਟ ਕਰਨਾ, ਫਾਰਮੈਟ ਕਰਨਾ, ਟੇਬਲ ਇਨਸਰਟ ਕਰਨਾ, ਤਸਵੀਰਾਂ ਲਗਾਉਣੀਆਂ, ਉਹਨਾਂ ਨੂੰ ਐਡਿਟ ਕਰਨਾ, ਇਹ ਸਾਰੇ MS ਵਰਡ ਦੇ ਵਿੱਚ ਆਸਾਨੀ ਨਾਲ ਹੋ ਜਾਂਦੇ ਹਨ। ਇਸ ਦੇ ਇਸਤੇਮਾਲ ਬਿਜ਼ਨਸ ਡਾਕੂਮੈਂਟ ਵਿੱਚ ਗ੍ਰਾਫਿਕਸ ਤਿਆਰ ਕਰਨਾ, ਚਾਰਟ ਬਣਾਉਣੇ, ਬਣੀਆਂ ਬਣਾਈਆਂ ਚੀਜ਼ਾਂ ਅਤੇ ਫਾਰਮੈਟ ਕੀਤੇ ਹੋਏ ਐਲੀਮੈਂਟਸ ਨੂੰ ਸਟੋਰ ਅਤੇ ਦੁਬਾਰਾ ਵਰਤਣ ਲਈ, ਕਵਰ ਪੇਜਸ, ਬਿਜ਼ਨਸ ਅਤੇ ਪਰਸਨਲ ਉਦੇਸ਼ ਲਈ ਲੈਟਰ ਅਤੇ ਲੈਟਰ ਹੈਡ ਬਣਾਉਣੇ, ਵੱਖ-ਵੱਖ ਤਰ੍ਹਾਂ ਦੇ ਡਾਕੂਮੈਂਟ ਡਿਜ਼ਾਈਨ ਕਰਨ ਲਈ ਜਿਵੇਂ ਕਿ ਰੈਜ਼ਿਊਮ ਤਿਆਰ ਕਰਨਾ। ਰੈਜ਼ਿਊਮ ਬੱਚੇ, ਰੈਜ਼ੂਮੇ ਇੰਗਲਿਸ਼ ਦੇ ਵਿੱਚ ਰੈਜ਼ੂਮੇ ਉਹ ਸ਼ਬਦ ਹੈ ਜਦੋਂ ਇੱਕ ਸਟੂਡੈਂਟ ਪੜ੍ਹਾਈ ਪੂਰੀ ਕਰਕੇ ਕਿਤੇ ਨੌਕਰੀ ਲਈ ਜਾਂਦਾ ਹੈ, ਉਦੋਂ ਤੁਹਾਡੀ ਐਜੂਕੇਸ਼ਨ, ਤੁਹਾਡੇ ਸਕਿੱਲਸ, ਤੁਹਾਡੀਆਂ ਹੌਬੀਜ਼, ਜਿਹੜੀ ਵੀ ਲੈਟਰ ਬਣਦੀ ਹੈ ਉਸ ਨੂੰ ਰੈਜ਼ੂਮੇ ਕਹਿੰਦੇ ਹਨ। ਇਹ ਆਪਾਂ ਅੱਗੇ ਪੜ੍ਹਾਂਗੇ। MS ਵਰਡ ਵਿੱਚ ਫਾਰਮੈਟਿੰਗ ਮਤਲਬ ਉਸ ਨੂੰ ਕਿਵੇਂ ਐਡਿਟ ਕਰ ਸਕਦੇ ਹੋ। ਇੱਥੇ ਅਸੀਂ ਵਰਡ ਬਾਰੇ ਹੋਰ ਵੱਖਰੇ ਢੰਗ ਨਾਲ ਸਿੱਖਾਂਗੇ।
वर्ड टूल्स की वरतों करन तो पहला सानू डॉक्यूमेंट के डिज़ाइन नू परिभाषित अते योजनाबंद कर लेना चाहिए है। दिस इज़ वेरी इंपॉर्टेंट, बहुत चंगा। किसी भी चीज़ नू लिखण तो पहला, डिज़ाइन करन तो पहला सानू उस दे योजनाबंदी करनी पैंदी है कि स्टार्टिंग दे विच ये लिखांगे, एंड च ये लिखांगे। बट द प्लस पॉइंट इज़ ਇਹਦੇ ਵਿੱਚ प्लस पॉइंट है कि तुसी इसकी योजना लिखते लिखते सार भी चेंज कर सकते हो। तुसी कुछ पेज ते लिखना स्टार्ट किया, कुछ सोचा, तुहानू चंगा लग्या, तुसी एक लाइन होर ऐड करती, बट जो तीजी लाइन ऐड करन लगे तुसी क्या नहीं, ये लाइन या ये शब्द इस तो बाद आने चाहिए हैं। फिर तुसी की करते हो, तुसी उस ते क्रॉस कर देंगे हो। बट इन MS वर्ड वाइल यू आर टाइपिंग, जिवें ही तुसी टाइप कर रहे हो तुसी उन्होंने अगे पीछे कॉपी पेस्ट कर सकते हो। ईजी एज दैट, यूजर के कामां नूं होर प्रोडक्टिव बनाना। MS वर्ड विच टैंपलेट्स, जे आपां टैंपलेट्स की गल करिए, टैंपलेट्स वो बने बनाए टूल्स हैं, बिल्ट इन या इनबिल्ट, परिभाषित पहला तो ही परिभाषित चीज़ां हैं जो कि यूज़र के हैल्प लिए बनाई गई हैं, जो कि ऑफिस टूल्स ने अपने आप पहला तो ही दित्तियां हैं। इमेजिन तुहाडे माइंड दे विच कुछ नवा आइडिया नहीं आ रहा, कोई नवी चीज़ बनानी आ तो उसनूं देखना, उसका सैंपल देखना या उसनूं उस तरीके नाल मॉडिफाई करना, वो टैंपलेट्स की मदद नाल कर सकते हो। दीज हियर जे MS वर्ड दे विच देखा जाए, वैन यू क्लिक ऑन फाइल, फाइल ते क्लिक करोगे, न्यू दे विच ब्लैंक डॉक्यूमेंट, तुसी साफ पेज तो शुरुआत करनी है तुहाडे अपने आइडियाज़ नाल, या तुसी इन्हां दे विचों बने हुए किसी भी टैंपलेट नूं, बने बनाए डिज़ाइन नूं तुसी चक के उहनूं मॉडिफाई कर सकते हो। लैटर तैयार करनी है, चिल्ड्रन, क्रिसमस, रेज़्यूमेज एंड कवर लैटर्स, सेल्स, थीम, कोई वैडिंग लिए चीज़ तैयार करनी है, ये बने बनाए डिज़ाइन हैं। इन्हां नूं तुसीं क्लिक करोगे, किस तरह का रेज़्यूमे चाहिए, एसेंशियल डिज़ाइन, फंक्शन रेज़्यूमे, CV, सौखा जिहा डिज़ाइन असीं बनया बनाया डिज़ाइन कर लवांगे, इसनूं करांगे डाउनलोड। Then this is your resume। इत्थे तुसी अपना नाम भर सकते हो, तुहाडा ईमेल, तुहाडा एड्रैस, फोन नंबर अते वैबसाइट। जे नहीं भी कोई चीज़ चाहिए आपां नूं तां आपां उसनूं रिमूव भी कर सकते हैं। दैन ऑब्जेक्टिव्स, तुसी की करना चाहुंदे हो, तुहाडी कितनी एजुकेशन है, स्कूल किस तो पढ़े हो, कॉलेज किस तो पढ़े हो, एक्सपीरियंस कितना है, ते स्किल्स की हैं तुहाड़ियां। हुण टैंपलेट्स की मदद नाल अपना सारा काम आसान हो गया। ये सारे स्टैप्स नूं ध्यान नाल पढ़ो। इस दे विच टैंपलेट्स नूं यूज़ करना, बिल्ट इन टैंपलेट्स किहड़े हुंदे हन, किवें उस नूं डाउनलोड कर सकते हैं, जो कि असीं हुणी देखिया है, उस नूं ही विस्तार नाल लिखिया गया है। टिप्स, सब तो पहला ये निश्चित करो कि असी अपने डॉक्यूमेंट की किस तरह वरतों करनी है। वेरी इंपॉर्टेंट, यूजर की पहचान करो कि किस नूं डॉक्यूमेंट प्रेजेंट करना है अते किस तरह ना असी उसनूं होर वधिया तरीके नाल बना सकते हो। थर्ड, लेआउट अते डिज़ाइन, पेज की दिख लेआउट किहो जी होनी चाहिए है, उसका मार्जिन कितना होना चाहिए है, उसके अंदर कोई पिक्चर, कोई डॉक्यूमेंट, कोई वर्ड का साइज़ कितना वड्डा होना चाहिए है, ये सारा लेआउट दे विच आउंदा है। उसका डिज़ाइन कितना सोफिस्टिकेट होना चाहिए है, अखरां का साइज़ वगैरह वगैरह। फाइल, फॉर्मेट, स्टोरेज, लोकेशन, सारा कुछ देखो कितने सेव करना है। MS वर्ड टैंपलेट्स ना रेज़्यूमे बनाना, जो कि असीं हुणी देखिया है। न्यू ते क्लिक करो। बच्चों, तुहाडी हेल्प दे लई
ਤੁਹਾਡੀ ਬੁੱਕ ਦੇ ਵਿੱਚ ਸਟੈਪ ਬਾय ਸਟੈਪ ਡਿਟੇਲਸ ਦਿੱਤੀ ਗਈ ਹੈ। ਬੁੱਕਸ ਨੂੰ ਸਾਰਾ ਪੜ੍ਹੋ, ਪਿਕਚਰਸ ਦੇਖੋ, ਸਾਰੇ ਚਿੱਤਰਾਂ ਨੂੰ ਦੇਖ ਕੇ ਇਮੇजेस ਨਾਲ ਸਟੈਪ ਬਾय ਸਟੈਪ ਅੱਗੇ ਵਧੋ ਅਤੇ ਇਹਨਾਂ ਨੂੰ ਸਾਰਿਆਂ ਨੂੰ ਯੂਜ਼ ਕਰਕੇ ਦੇਖੋ। ਦੈਨ MS ਐਕਸਲ। MS ਵਰਡ ਦੀ ਤਰ੍ਹਾਂ ਅਸੀਂ MS ਐਕਸਲ ਬਾਰੇ ਬਹੁਤ ਕੁਝ ਜਾਣਦੇ ਹਾਂ। ਐਕਸਲ ਦਾ ਇਸਤੇਮਾਲ ਅਸੀਂ ਵਰਕਸ਼ੀਟ ਬਣਾਉਂਦੇ ਹਾਂ, ਟੇਬਲਸ, ਰਿਜ਼ਲਟਸ, ਗਣਿਤ ਦੀਆਂ ਗਣਨਾਵਾਂ ਕਰਨ ਬਾਰੇ ਅਤੇ ਡਾਟਾ ਨੂੰ ਪਿਕਟੋਰੀਅਲ ਵਿਊ, ਪਿਕਟੋਰੀਅਲ ਮਤਲਬ ਐਜ਼ ਅ ਪਿਕਚਰ, ਚਾਰਟਸ ਦਿਖਾਉਣੇ, रिप्रेजेंट करना है, प्रेजेंट करना। एक्सेल स्प्रैडशीट प्रोग्राम है जो वर्कबुक्स ਨੂੰ ਕ੍ਰੀਏਟ ਅਤੇ ਫਾਰਮੈਟ ਕਰਨ ਲਈ ਇਸਤੇਮਾਲ ਹੁੰਦਾ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਸ਼ੀਟ ਜਿਸ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਉਸ ਨੂੰ ਸਪਰੈਡਸ਼ੀਟ ਕਹਿੰਦੇ ਹਨ। ਉਹ ਇਕੱਠੀਆਂ ਸ਼ੀਟਸ ਇੱਕ ਕਾਪੀ ਬਣਾਉਂਦੀਆਂ ਹਨ, ਉਸ ਨੂੰ ਵਰਕਬੁੱਕ ਕਹਿ ਦਿੰਦੇ ਹਨ। ਸੇਮ ਉਹੀ ਨੇਮਸ ਇੱਥੇ ਵੀ ਵਰਤਦੇ ਹਨ। MS Excel ਦੇ ਵਿੱਚ this is sheet 1, sheet 2, sheet 3 ਇਹ ਸਾਰੀ ਕਾਲਮਸ ਐਂਡ ਰੋਜ਼ ਨਾਲ ਬਣੀ ਹੋਈ ਹੈ। ਇਸ ਦੇ ਉੱਤੇ ਤੁਹਾਡੀ ਜਿਸ ਸ਼ੀਟ ਤੇ ਕੰਮ ਕਰ ਰਹੇ ਹੋ ਤੁਹਾਡੀ ਵਰਕਸ਼ੀਟ ਹੈ। ਇਹ ਸਾਰੀ ਫਾਈਲ ਸੇਵ ਕਰਕੇ sheet 1, sheet 2 ਐਂਡ sheet 3 ਵਰਕਬੁੱਕ ਬਣਾਉਂਦੀ ਹੈ। ਕਰੈਕਟ? MS ਵਰਡ ਦੀ ਤਰ੍ਹਾਂ ਹੀ ਅਸੀਂ ਐਕਸਲ ਦੇ ਵਿੱਚ ਵੀ ਕਈ ਤਰ੍ਹਾਂ ਦੇ ਟੈਂਪਲੇਟਸ ਬਣਾ ਸਕਦੇ ਹਾਂ। ਟੈਂਪਲੇਟਸ ਦੀ ਮਦਦ ਨਾਲ ਕੰਮ ਕਰ ਸਕਦੇ ਹਾਂ। ਸੇਮ ਸਟੈਪ ਬਾਈ ਸਟੈਪ ਪੜ੍ਹੋ, ਵਰਕਬੁੱਕ ਤਿਆਰ ਕਰਨਾ, ਸਾਡੇ ਸਿਲੇਬਸ ਦੇ ਵਿੱਚ ਪਲੀਜ਼ ਨੋਟ ਹੋਮ ਸਕੂਲਿੰਗ ਪ੍ਰੋਗਰਾਮ ਰਿਕਾਰਡ ਕ੍ਰਾਸ ਕਰ ਦਿੱਤਾ ਗਿਆ ਹੈ, ਸੋ ਆਪਾਂ ਇਸ ਨੂੰ ਨਹੀਂ ਪੜਾਂਗੇ ਫਿਲਹਾਲ ਦੇ ਲਈ। ਜੇ ਕਿਸੇ ਨੂੰ ਇਹ ਸਿੱਖਣਾ ਹੈ, ਕਿਸੇ ਨੇ ਇਹ ਸਿੱਖਣਾ ਹੈ, ਤੁਸੀਂ ਖੁਦ ਇਸ ਦੇ ਨੂੰ ਪੜ੍ਹ ਕੇ ਤਿਆਰ ਕਰ ਸਕਦੇ ਹੋ ਜਾਂ ਮੈਨੂੰ ਪੁੱਛ ਸਕਦੇ ਹੋ। we'll talk about it separately। ਸੋ ਇਹ ਟੌਪਿਕ ਕ੍ਰਾਸ ਕਰ ਦਿਓ, ਆਪਾਂ ਨਹੀਂ ਕਰਨਾ। I'll send you a PDF ਫਾਈਲ ਵੀ ਸੈਂਡ ਕਰੂੰਗਾ ਜਿਸ ਦੇ ਵਿੱਚ ਕਟਾਇਆ ਹੋਇਆ ਸਿਲੇਬਸ ਤੁਹਾਨੂੰ ਦਿੱਤਾ ਜਾਵੇਗਾ। ਸੇਲਸ ਇਨਵੋਇਸ, ਕਿੰਨੀ ਸੇਲ ਹੋਈ ਹੈ, ਕਿੰਨੇ ਰਿਕਾਰਡ ਆਏ ਹਨ, ਵਗੈਰਾ ਵਗੈਰਾ। ਤੁਸੀਂ ਕੰਪਨੀ ਦਾ ਲੋਗੋ ਐਡਿਟ ਕਰ ਸਕਦੇ ਹੋ, ਇੱਥੇ ਕੋਈ ਪਿਕਚਰ ਵੀ ਐਡ ਕਰਨੀ ਹੈ, ਡੇਟ, ਇਨਵੋਇਸ, ਸਾਰਾ ਕੁਝ। ਸਪਰੈਡਸ਼ੀਟ ਨਾਲ ਮੇਲ ਮਰਜ ਦੀ ਵਰਤੋਂ। ਜਿਸ ਤਰ੍ਹਾਂ ਅਸੀਂ ਕਈ ਚੀਜ਼ਾਂ ਵਰਡ ਤੇ ਐਕਸਲ ਵਿੱਚ ਸਿੱਖੀਆਂ ਹਨ, ਆਓ ਇਹਨਾਂ ਦੋ ਟੂਲਸ ਨੂੰ ਵਰਤੇ ਕੁਝ ਨਵਾਂ ਕਰੀਏ। ਵਿਦਿਆਰਥੀਆਂ ਦੀ ਆਨਲਾਈਨ ਰਿਪੋਰਟ ਬਣਾਉਣਾ। ਫॉर एग्जांपल ਸਭ ਤੋਂ ਪਹਿਲਾਂ MS ਵਰਡ ਵਿੱਚ ਅਸੀਂ ਐਨੂਅਲ ਰਿਪੋਰਟ ਫਾਰਮੈਟ ਬਣਾਇਆ ਇਸ ਤਰ੍ਹਾਂ ਦਾ। ਦਿਸ ਵਿਲ ਬੀ ਯੋਰ ਹੋਮਵਰਕ। ਤੁਸੀਂ ਬਣਾ ਕੇ ਮੈਨੂੰ ਪਿਕਚਰ ਸੈਂਡ ਕਰੋਗੇ। ਇੱਥੇ ਅਸੀਂ ਵਿਦਿਆਰਥੀਆਂ ਦੇ ਵੇਰਵੇ ਜਿਵੇਂ ਕਿ ਦਾਖਲਾ ਨੰਬਰ, ਰੋਲ ਨੰਬਰ, ਨਾਮ, ਪਿਤਾ ਦਾ ਨਾਮ ਅਤੇ ਹਰੇਕ ਵਿਸ਼ੇ ਦੇ ਨੰਬਰ ਅਤੇ ਉਸ ਦਾ ਰਿਜ਼ਲਟ ਅਤੇ ਵਿਦਿਆਰਥੀਆਂ ਦੇ ਅੰਕਾਂ ਦੀ ਪ੍ਰਤੀਸ਼ਤਤਾ ਆਦਿ ਦਰਸਾਵਾਂਗੇ। ਬਹੁਤ ਹੀ ਸਿੰਪਲ ਫਾਰਮੈਟ ਹੈ, ਇਸ ਨੂੰ ਬਣਾਓਗੇ। ਦੈਨ ਸੈਕੰਡ ਸਟੈਪ, ਦੂਜੇ ਪਾਸੇ ਅਸੀਂ ਇੱਕ ਐਕਸਲ ਵਰਕਸ਼ੀਟ ਤਿਆਰ ਕੀਤੀ ਹੈ ਜਿਸ ਵਿੱਚ ਵਿਦਿਆਰਥੀ ਦਾ ਦਾਖਲਾ ਨੰਬਰ, ਰੋਲ ਨੰਬਰ, ਨਾਮ, ਪਿਤਾ ਦਾ ਨਾਮ, ਵਿਸ਼ੇਵਾਰ ਪ੍ਰਾਪਤ ਕੀਤੇ ਗਏ ਅੰਕ ਪੰਜਾਬੀ ਵਿੱਚ, ਅੰਗਰੇਜ਼ੀ, ਹਿਸਾਬ, ਸਾਇੰਸ, ਸਮਾਜਿਕ ਅਤੇ EVS ਅਤੇ ਕੰਪਿਊਟਰ ਦੇ ਗ੍ਰੇਡਸ ਭਰੇ ਗਏ ਹਨ। ਕੁਝ ਇਸ ਤਰ੍ਹਾਂ ਦੀ ਵਰਕਸ਼ੀਟ। ਨਾਓ ਨੈਕਸਟ ਸਟੈਪ ਇਜ਼ ਅਸੀਂ ਕੁੱਲ ਅੰਕਾਂ ਦੀ ਗਿਣਤੀ MS ਐਕਸਲ ਆਟੋਸਮ ਫੰਕਸ਼ਨ ਨਾਲ ਕੀਤੀ ਹੈ। ਆਟੋਸਮ ਫੰਕਸ਼ਨ ਤੁਹਾਡੇ ਅੰਕਾਂ ਨੂੰ this function is equal to sum B4 to result, a simple table
ਆਟੋ ਸਮ ਦੇ ਵਿੱਚ ਸਿੱਧਾ ਫਾਰਮੂਲਾ ਲੱਗ ਜਾਂਦਾ ਹੈ ਅਤੇ ਉਹ ਇਨਫੋਰਮੇਸ਼ਨ ਪਾਸ ਔਨ ਕਰ ਦਿੰਦਾ ਹੈ ਸਪੈਸੀਫਿਕ ਸੈੱਲ ਦੇ ਵਿੱਚ। ਹੁਣ ਅਸੀਂ ਹਰ ਵਿਦਿਆਰਥੀ ਦੇ ਅੰਕਾਂ ਦੇ ਪ੍ਰਸ਼ਿਸ਼ਟ ਦੀ ਗਣਨਾ ਫਾਰਮੂਲੇ ਦੀ ਵਰਤੋਂ ਕਰਕੇ ਕੀਤੀ ਹੈ। ਅ ਸਿੰਪਲ ਫਾਰਮੂਲਾ ਕਿ A cell multiplied by 100 by total score परसेंटेज ਕੱਢਣਾ। ਅਗਲੇ ਫੀਲਡ ਵਿੱਚ ਹਰ ਵਿਦਿਆਰਥੀ ਦਾ ਨਤੀਜਾ ਤੇ ਰਿਜ਼ਲਟ ਹੈ, ਪਾਸ ਹੈ ਜਾਂ ਫੇਲ ਹੈ। ਹੁਣ ਇਸ ਐਕਸਲ ਸ਼ੀਟ ਨੂੰ ਸੇਵ ਕਰੋ ਅਤੇ MS ਵਰਡ ਨੂੰ ਇਸਤੇਮਾਲ ਕਰੋ ਜਿਸ ਵਿੱਚ ਅਸੀਂ ਵਿਦਿਆਰਥੀਆਂ ਦੀ ਐਨੂਅਲ ਰਿਪੋਰਟ ਬਣਾਈ ਹੈ। ਨਾਓ ਦੋ ਚੀਜ਼ਾਂ ਤੁਸੀਂ ਖੋਲਣੀਆਂ ਹਨ ਸਾਈਡ ਬਾਈ ਸਾਈਡ। ਹੁਣ ਮੇਲਿੰਗ ਟੈਬ ਤੇ ਕਲਿੱਕ ਕਰੋ ਅਤੇ ਸਟਾਰਟ ਮੇਲ ਮਰਜ ਨੂੰ ਕਲਿੱਕ ਕਰੋ। MS ਵਰਡ ਦੇ ਵਿੱਚ ਤੁਸੀਂ MS ਵਰਡ ਦੀ ਮੇਲਿੰਗ ਤੇ ਕਲਿੱਕ ਕਰਨਾ ਹੈ। ਸਟਾਰਟ ਮੇਲ ਮਰਜ, ਇੱਥੇ ਟੈਬ ਤੇ ਕਲਿੱਕ ਕੀਤਾ, ਸਟਾਰਟ ਮੇਲ ਮਰਜ। ਸਟੈਪ ਬਾय ਸਟੈਪ ਤੁਹਾਨੂੰ ਸਾਰੀ ਡਿਟੇਲ ਦੱਸੀ ਗਈ ਹੈ ਕਿਸ ਤਰ੍ਹਾਂ ਨਾਲ ਤੁਸੀਂ ਮੇਲ ਮਰਜ ਕਰ ਸਕਦੇ ਹੋ। ਹੁਣ ਰੈਸਿਪੀਐਂਟਸ ਤੇ ਕਲਿੱਕ ਕਰੋ ਜਿਸ ਨੂੰ ਮੇਲ ਭੇਜਣੀ ਹੈ। ਰੈਸਿਪੀਐਂਟਸ ਮਤਲਬ ਜਿਨ੍ਹਾਂ ਕੋਲੇ ਡਾਟਾ ਪਹੁੰਚਣਾ ਹੈ, ਇਨਫੋਰਮੇਸ਼ਨ ਪਹੁੰਚਾਉਣੀ ਹੈ। ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ, ਜਿਸ ਨੂੰ ਤੁਸੀਂ ਮੈਸੇਜ ਪਹੁੰਚਾਉਣਾ ਹੈ ਉਸ ਦਾ ਨਾਮ ਲਿਖਣਾ ਹੈ ਅਤੇ ਐਗਜ਼ਿਸਟਿੰਗ ਲਿਸਟ ਆਪਸ਼ਨ ਨੂੰ ਸਿਲੈਕਟ ਕਰੋ। ਪਹਿਲਾਂ ਤੋਂ ਹੀ ਐਗਜ਼ਿਸਟਿੰਗ ਲਿਸਟ, ਜੋ ਪਹਿਲਾਂ ਤੋਂ ਹੀ ਲਿਸਟ ਤੁਹਾਡੇ ਕੋਲ ਮੌਜੂਦ ਹੈ। ਸਿਲੈਕਟ ਟੇਬਲ ਡਾਇਲੌਗ ਬਾਕਸ, ਟੇਬਲ ਤੇ ਡਾਇਲੌਗ ਬਾਕਸ ਨੂੰ ਕਲਿੱਕ ਕਰਿਓ ਅਤੇ ਉਸ ਦੀ ਵਰਤੋਂ ਕਰਦੇ ਹੋਏ ਐਕਸਲ ਸ਼ੀਟ ਨੂੰ ਚੁਣੋ। ਐਕਸਲ ਸ਼ੀਟ ਕਿਹੜੀ? ਜੋ ਪਹਿਲਾਂ ਤੁਸੀਂ ਯੂਜ਼ ਕਰ ਰਹੇ ਹੋ, ਸ਼ੀਟ ਨੰਬਰ 1, ਸ਼ੀਟ ਨੰਬਰ 2 ਜਾਂ ਸ਼ੀਟ ਨੰਬਰ 3, ਕੋਈ ਵੀ। ਅਸੀਂ ਆਪਣੇ ਕਰਸਰ ਨੂੰ ਉਸ ਜਗ੍ਹਾ ਤੇ ਰੱਖਾਂਗੇ ਜਿਸ ਜਗ੍ਹਾ ਅਸੀਂ ਐਕਸਲ ਸ਼ੀਟ ਵਿੱਚੋਂ ਵੈਲਿਊ ਨੂੰ ਫੈਚ ਕਰਨਾ ਹੈ, ਜੋ ਵੈਲਿਊ ਸਾਨੂੰ ਚਾਹੀਦੀ ਹੈ। ਹੁਣ ਇਨਸਰਟ ਮਰਜ ਫੀਲਡ ਆਪਸ਼ਨ ਤੇ ਕਲਿੱਕ ਕਰੋ, ਫਿਰ ਉਹ ਫੀਲਡ ਜੋ ਇਨਸਰਟ ਕਰਨਾ ਹੈ ਉਸ ਤੇ ਕਲਿੱਕ ਕਰੋ ਕਿ ਰਾਈਟ ਐਂਡ ਇਨਸਰਟ ਫੀਲਡਸ ਗਰੁੱਪ। ਜੋ ਫੀਲਡ ਇਨਸਰਟ ਹੋ ਗਿਆ ਉਸ ਨੂੰ ਰਾਈਟ ਕਰਨਾ ਹੈ ਉਸ ਫਾਈਲ ਦੇ ਵਿੱਚ। ਡ੍ਰੌਪ ਡਾਊਨ ਮੈਨੂ ਜੋ ਖੁੱਲੇਗਾ ਉਸ ਲਿੰਕ ਤੋਂ ਬਾਅਦ, ਉਸ ਤੋਂ ਐਕਸਲ ਵਰਕਸ਼ੀਟ ਦੇ ਫੀਲਡ ਨੇਮਸ ਹੋਣਗੇ। ਸੀ ਆ ਸਾਰੇ ਐਕਸਲ ਸ਼ੀਟ ਦੇ ਫੀਲਡ ਆ ਚੁੱਕੇ ਹਨ। ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਇੱਥੇ ਸਿਲੈਕਟ ਕਰ ਸਕਦੇ ਹੋ। ਫੀਲਡ ਨੇਮਸ ਨੂੰ ਇੱਕ ਇੱਕ ਕਰਕੇ ਵਿਦਿਆਰਥੀ ਦੀ ਐਨੂਅਲ ਰਿਪੋਰਟ ਵਿੱਚ ਕਰਸਰ ਨੂੰ ਸਹੀ ਜਗ੍ਹਾ ਤੇ ਰੱਖ ਕੇ ਸਿਲੈਕਟ ਕਰੋ। ਸਾਰੇ ਫੀਲਡਸ ਜੋ ਪਿਕਚਰ ਵਿੱਚ ਦਿਖਾਏ ਗਏ ਹਨ ਅਨੁਸਾਰ ਹੋਣਗੇ। ਇੱਕ ਫੀਲਡ ਨੂੰ ਸਿਲੈਕਟ ਕਰਕੇ ਹੀ ਤੁਹਾਡਾ ਟੋਟਲ ਰਿਜ਼ਲਟ MS ਵਰਡ ਦੇ ਵਿੱਚ ਬਣ ਜਾਵੇਗਾ। ਸਾਰੇ ਫੀਲਡਾਂ ਨੂੰ ਇਨਸਰਟ ਕਰਨ ਤੋਂ ਬਾਅਦ ਅਸੀਂ ਪ੍ਰੀਵਿਊ ਰਿਜ਼ਲਟ ਆਪਸ਼ਨ ਵਿੱਚ ਕਲਿੱਕ ਕਰਾਂਗੇ। ਵਿਦਿਆਰਥੀਆਂ ਦੇ ਨਤੀਜਿਆਂ ਦਾ ਪ੍ਰੀਵਿਊ ਦੇਖ ਸਕਦੇ ਹਾਂ। ਅਸੀਂ ਨੈਵੀਗੇਸ਼ਨ ਬਟਨਾਂ ਦੀ ਵਰਤੋਂ ਕਰਦੇ ਹੋਏ ਅਗਲੇ ਅਤੇ ਪਹਿਲੇ ਅਤੇ ਆਖਰੀ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਵੀ ਦੇਖ ਸਕਦੇ ਹਾਂ। ਨੈਵੀਗੇਸ਼ਨ ਬਟਨ ਜੋ ਆ ਹਨ ਅੱਗੇ ਪਿੱਛੇ ਲੈ ਜਾਣ ਲਈ, this and this, ਇਹ ਤੁਹਾਨੂੰ ਇੱਕ ਸਟੈਪ ਪਿੱਛੇ ਤੇ ਇੱਕ ਸਟੈਪ ਅੱਗੇ ਲੈ ਕੇ ਜਾਏਗਾ। this button and this button, ਇਹ ਸਭ ਤੋਂ ਪਹਿਲਾ, ਇਹ ਸਭ ਤੋਂ ਅਖੀਰ। ਹੁਣ ਫਿਨਿਸ਼ ਐਂਡ ਮਰਜ ਆਪਸ਼ਨ ਤੇ ਕਲਿੱਕ ਕਰੋ ਅਤੇ ਮੈਨੂ ਤੋਂ ਐਡਿਟ ਇੰਡੀਵਿਜੂਅਲ ਡਾਕੂਮੈਂਟਸ ਦੀ ਚੋਣ ਕਰੋ। ਇੰਡੀਵਿਜੂਅਲ ਡਾਕੂਮੈਂਟਸ ਕੱਲੇ ਡਾਕੂਮੈਂਟ ਜਿਸ ਨੂੰ ਤੁਸੀਂ ਚੁਣਨਾ ਹੈ। ਇੱਕ ਨਵਾਂ ਮਰਜ ਐਂਡ ਨਿਊ ਡਾਕੂਮੈਂਟ ਡਾਇਲੌਗਸ ਬਾਕਸ ਖੁੱਲ ਜਾਵੇਗਾ। ਐਕਸਲ ਵਰਕਸ਼ੀਟ ਵਿੱਚ ਸਾਰੇ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਨੂੰ ਦਿਖਾਉਣ ਲਈ ਆਪਸ਼ਨ ਆਲ ਸਾਰੇ ਸਿਲੈਕਟ ਕਰੋ ਅਤੇ ਉਸ ਤੇ ਕਲਿੱਕ ਓਕੇ ਕਰ ਦਿਓ। ਹੁਣ ਇੱਕ ਨਵਾਂ ਵਰਡ ਡਾਕੂਮੈਂਟ ਹੇਠਲੇ ਚਿੱਤਰ ਅਨੁਸਾਰ ਅਕੋਰਡਿੰਗ ਟੂ ਦਿਸ ਪਿਕਚਰ ਇਦਾਂ ਖੁੱਲ ਜਾਵੇਗਾ। ਸਾਰੇ ਸਟੂਡੈਂਟਸ ਦੇ ਰਿਕਾਰਡ ਇੱਥੇ ਸ਼ਾਮਿਲ ਹੋ ਜਾਣਗੇ। ਜੇ ਤੁਹਾਨੂੰ ਇਸ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ
ਮੈਨੂੰ ਜ਼ਰੂਰ ਪੁੱਛ ਸਕਦੇ ਹੋ, ਬਟ ਦਿਸ ਇਜ਼ ਰੀਅਲੀ ਇੰਪੋਰਟੈਂਟ। ਇਹ ਟੌਪਿਕ ਬਹੁਤ ਜ਼ਰੂਰੀ ਹੈ। ਤੁਹਾਡੇ ਕੰਮ ਨੂੰ ਆਸਾਨ ਕਰਨ ਦੇ ਲਈ ਕਿਸੇ ਵੀ ਫਾਈਲ ਨੂੰ ਦੋ ਫਾਈਲਾਂ ਨੂੰ ਜੋੜਨਾ ਜਾਂ ਦੋ ਫਾਈਲਾਂ ਦੇ ਮਰਜ ਕਰਨਾ, ਇਹ ਆਸਾਨ ਤਰੀਕੇ ਨਾਲ ਸਮਝਾਇਆ ਗਿਆ ਹੈ। ਨਾਓ ਪੇਜ ਲੇਆਊਟ। ਪੇਜ ਲੇਆਊਟ ਤੋਂ ਕੀ ਭਾਵ ਹੈ? ਪੇਜ ਦੀ ਐਡਜਸਟਮੈਂਟ ਕਰਨੀ, ਦੋ ਲਾਈਨਾਂ ਦੇ ਵਿਚਾਲੇ ਸਪੇਸ ਕਿੰਨੀ ਹੋਣੀ ਚਾਹੀਦੀ ਹੈ, ਪੇਜ ਦੀ ਦਿੱਖ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇੱਥੇ ਕਲਿੱਕ ਕਰੋਗੇ, ਇਹ ਸਾਰੇ ਪੇਜ ਡਿਜ਼ਾਈਨਿੰਗ ਆਪਸ਼ਨਸ ਹਨ। ਕਿਸ ਤਰ੍ਹਾਂ ਦਾ ਥੀਮ ਹੋਣਾ ਚਾਹੀਦਾ ਹੈ, ਉਸ ਦਾ ਇਫੈਕਟ ਤੇ ਉਸ ਦੇ ਮਾਰਜਨ ਕਿੰਨੇ ਹੋਣੇ ਚਾਹੀਦੇ ਹਨ। ਤੁਸੀਂ ਆਪਦੇ ਅਨੁਸਾਰ ਵੀ ਪੇਜ ਦੀ ਮਾਰਜਨ ਸਿਲੈਕਟ ਕਰ ਸਕਦੇ ਹੋ। ਮਾਰਜਨ ਮਤਲਬ ਹਾਸ਼ੀਆ। ਦੈਨ ਓਰੀਐਂਟੇਸ਼ਨ, पेज एज ए पोर्ट्रेट होना चाहिए या लैंडस्केप होना चाहिए। पेज का साइज, कॉलम कितने होने चाहिए हैं, ब्रेक्स, वाटरमार्क्स एक्सैक्ट्रा, ये सारे पेज लेआउट दियां ऑप्शनस हैं। हर एक पैरे तो बाद बाय डिफॉल्ट जोड़ियां गई वाधू लाइनां हटाउण लई रिमूव स्पेस पैराग्राफ। पेज मार्जिन की हुंदे हन, ਅਸੀਂ ਹੁਣੀ ਦੇਖਿਆ। ਪੇਜ ਮਾਰਜਨ, ਪੇਜ ਲੇਆਊਟ, ਓਰੀਐਂਟੇਸ਼ਨ ਕਿਸ ਤਰ੍ਹਾਂ ਨਾਲ ਚੇਂਜ ਕਰ ਸਕਦੇ ਹੋ। ਕਸਟਮ ਮਾਰਜਨ ਬਣਾਉਣਾ, ਆਪਣੇ ਮਾਰਜਨਸ ਨੂੰ, ਪੇਜ ਦੇ ਮਾਰਜਨ, ਹਾਸ਼ੀਏ ਨੂੰ ਤੁਸੀਂ ਵਧਾਉਣਾ ਘਟਾਉਣਾ। ਪੇਜ ਬ੍ਰੇਕਸ, ਪੇਜ ਦੇ ਵਿਚਾਲੇ ਬ੍ਰੇਕ ਹੋਣੀ ਚਾਹੀਦੀ ਹੈ ਜਾਂ ਇੰਨਾ ਕੀ ਪੇਜ ਪ੍ਰਿੰਟ ਹੋ ਜਾਵੇ, ਉਸ ਤੋਂ ਬਾਅਦ ਨੈਕਸਟ ਪੇਜ ਪ੍ਰਿੰਟ ਹੋਵੇ। ਟੈਬ ਸਪੇਸ, टैब्स, स्टॉप्स, ये सारे आसान तरीके नाल तुसीं यूज़ कर सकते हो पेज लेआउट दे विच। एक डॉक्यूमेंट नूं अंतिम रूप देना। ना तुसीं सारा कुछ टाइप कर लिया, डिज़ाइन कर लिया, हुण इहदी फाइनल दिख या फाइनल लुक या फाइनल सेव किस तरह ना है। स्पैशल चैक विशेषता का इस्तेमाल तुसीं उहनूं चैक कर सकते हो। जिवें असीं डॉक्यूमेंट नूं टाइप करते हाँ, लाल लाइनां उसदे हेठां आ जांदियां हन, वो गलतियां दा प्रतीक हुंदा है। किस तरह नाल तुसीं चैक कर सकते हो? रिव्यू, स्पैलिंग चैक एंड ग्रामर, ABC रेड लाइन आ गई, ਇਹਦਾ मतलब है कि ABC ਨਾਂ ਦਾ कोई वर्ड नहीं है, इसनूं तुसीं अलग अलग यूज़ कर सकते हो। जे मैं इसनूं इस तरह का ही वरतदा है तो स्पैलिंग चैक वो सुजैशन दिंदा है कि ये वर्ड हो सकता है, तुसीं गलत टाइप कर लिया, राइट। रिव्यू, ABC, दैन प्रिंट प्रीव्यू, तुहाडे बनाए गए डॉक्यूमेंट का प्रीव्यू कमांड, मतलब तुसीं प्रिंट करन तो पहला देखना चाहते हो कि तुहाडा प्रिंट किया गया होने वाला डॉक्यूमेंट किस तरह का लगेगा। तुसीं फाइल ते क्लिक करोगे, प्रिंट, आ पेज तुहाडा प्रीव्यू पेज है, किस तरह ना तुहाडा डॉक्यूमेंट आ रहा है, प्रिंट होएगा। उस तो बाद तुसीं प्रिंट कमांड दे सकते हो। तुसीं सैटिंग्स करनी, उस दे नाल होर विशेषतावां करनियां। दैन MS पावरपॉइंट। पावरपॉइंट पहला भी मैं तुहानूं दस्सिया है, असी पहला भी गल कीती है कि प्रेजेंटेशन दे विच जो स्पीकर हुंदा है, जो प्रेजेंट कर रहा हुंदा आपदे पॉइंट्स, आपदे व्यू, उसनूं होर आकर्षित करन दे लई तुसीं ग्राफिक्स की मदद नाल होर खिच पैदा कर सकते हो। MS पावरपॉइंट तुहाडी इस काम में सहायता करता है। माइक्रोसॉफ्ट पावरपॉइंट एक प्रेजेंटेशन टूल है जो कि टैक्सट, स्पेस, ग्राफिक्स, तस्वीरां ਅਤੇ ਹੋਰ मल्टीमीडिया ਨੂੰ ਤੁਹਾਨੂੰ ਇਕੱਠਾ ਕਰਕੇ ਇੱਕ ਫਾਈਲ ਦੇ ਵਿੱਚ ਜੋੜ ਦਿੰਦਾ ਹੈ। ਪਾਵਰਪੁਆਇੰਟ ਵਿੱਚ ਬੈਕਗ੍ਰਾਉਂਡ, ਤੁਸੀਂ ਪਾਵਰਪੁਆਇੰਟ ਦੇ ਵਿੱਚ ਬੈਕਗ੍ਰਾਉਂਡਸ ਆਪਣੇ ਤਰੀਕੇ ਨਾਲ ਡਿਜ਼ਾਈਨ ਕਰਨ ਦੇ ਤਰੀਕੇ, ਜੋ ਕਿ ਇੱਥੇ ਦਿਸ ਇਜ਼ ਆ ਪਹਿਲਾ पेज ਹੁੰਦਾ ਹੈ ਜਦੋਂ ਤੁਸੀਂ ਪਾਵਰਪੁਆਇੰਟ ਨੂੰ ਓਪਨ ਕਰਦੇ ਹੋ। ਉਸ ਤੋਂ ਬਾਅਦ ਤੁਸੀਂ ਬਲੈਂਕ ਲੇਆਊਟ ਚੁਣਨਾ ਹੈ, ਟੈਂਪਲੇਟ ਚੁਣਨਾ ਹੈ,
ਉਹ ਚੁਣ ਸਕਦੇ ਹੋ। ਬਲੈਂਕ ਲੇਆਊਟ ਜੇ ਤੁਸੀਂ ਚੁਣ ਵੀ ਲਿਆ ਤਾਂ ਤੁਸੀਂ ਆਪਣੇ ਤਰੀਕੇ ਨਾਲ ਡਿਜ਼ਾਈਨ ਤਿਆਰ ਕਰ ਸਕਦੇ ਹੋ। ਕੋਈ ਵੀ ਤਰ੍ਹਾਂ ਦਾ ਫੌਂਟ ਚੂਜ਼ ਕਰ ਸਕਦੇ ਹੋ, ਉਸ ਦੇ ਵਿੱਚ ਕਲਰ ਐਡ ਕਰ ਸਕਦੇ ਹੋ। ਪਾਵਰ ਪੁਆਇੰਟ ਵਿੱਚ ਟ੍ਰਾਂਜੀਸ਼ਨਸ ਕੀ ਨੇ? ਹੀਅਰ ਕੋਈ ਵੀ ਤੁਸੀਂ ਵਰਡ ਲਿਖਿਆ, ਇਸ ਨੂੰ ਤੁਸੀਂ ਫੇਡ, ਟ੍ਰਾਂਜੀਸ਼ਨ ਪ੍ਰੀਵਿਊ ਇਸ ਤਰ੍ਹਾਂ ਦਾ ਆਏਗਾ। ਪੇਜ ਦੇ ਵਿੱਚ ਤੁਹਾਡੀ ਸ਼ੀਟ ਕਿਸ ਤਰ੍ਹਾਂ ਦੀ ਟ੍ਰਾਂਜਿਟ ਹੋਏਗੀ? ਰੈਂਡਮ ਬਰਡਸ, ਜਿਵੇਂ ਇਸ ਤਰ੍ਹਾਂ ਦਾ ਕਰਦਾ ਹੈ ਤੁਹਾਡਾ ਟੈਕਸਟ ਤੇ ਤੁਹਾਡੀ ਬੈਕਗਰਾਊਂਡ ਦੇ ਵਿੱਚ ਕੀ ਫਰਕ ਨਜ਼ਰ ਆਵੇਗਾ। ਥੀਸ ਆਰ ਟ੍ਰਾਂਜੀਸ਼ਨਸ। ਡਾਇਨਾਮਿਕ ਕੰਟੈਂਟ, ਇਹ ਤੁਹਾਡਾ ਸਾਰਾ ਇਫੈਕਟਸ ਦੇ ਵਿੱਚ ਆ ਜਾਂਦਾ ਹੈ। MS ਪਾਵਰ ਪੁਆਇੰਟ ਵਿੱਚ ਐਨੀਮੇਸ਼ਨ ਕੀ ਹੁੰਦੀ ਹੈ? ਐਨੀਮੇਸ਼ਨ ਇਜ਼ ਨਥਿੰਗ ਮੋਰ ਦੈਨ ਟੈਕਸਟ ਮੂਵੇਬਲ, ਜੋ ਕਿ ਇੱਕ ਆਬਜੈਕਟ ਜਾਂ ਕਿਸੇ ਟੈਕਸਟ ਨੂੰ ਤੁਸੀਂ ਇਫੈਕਟ ਦਿੰਦੇ ਹੋ, ਕੋਈ ਪ੍ਰਭਾਵ ਦਿੰਦੇ ਹੋ, ਉਹ ਐਨੀਮੇਸ਼ਨ ਹੁੰਦੀ ਹੈ। ਐਨੀਮੇਸ਼ਨ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨੂੰ ਵਧੇਰੇ ਗਤੀਸ਼ੀਲ ਬਣਾਉਂਦਾ ਹੈ ਅਤੇ ਹੋਰ ਯਾਦਗਾਰ ਬਣਾਉਣ ਵਿੱਚ ਮਦਦ ਕਰਦਾ ਹੈ। ਤੁਸੀਂ ਐਨੀਮੇਸ਼ਨ ਲਈ ਇੱਥੇ ਕਲਿੱਕ ਕਰੋਗੇ। ਸ਼ੇਪ, ਹੁਣ ਜੇ ਮੈਂ ਇਸ ਨੂੰ ਪ੍ਰੀਵਿਊ ਲੈਂਦਾ ਹਾਂ, ਇਸ ਤਰ੍ਹਾਂ ਨਾਲ ਆਵੇਗਾ। ਇਸ ਤਰ੍ਹਾਂ ਨਾਲ ਕਈ ਹੋਰ ਤਰ੍ਹਾਂ ਦੀਆਂ ਇਫੈਕਟ ਆਪਸ਼ਨਸ ਹਨ। ਤੁਸੀਂ ਆਵਾਜ਼ ਕਿੰਨੀ ਡਿਲੇ ਦੇ ਬਾਅਦ ਹੋਣਾ ਚਾਹੀਦਾ, 2 ਸੈਕਿੰਡਸ, 1 ਸੈਕਿੰਡ, ਪਹਿਲੇ ਵਾਲੀ ਤੋਂ ਐਨੀਮੇਸ਼ਨ ਟ੍ਰਿਗਰ ਕੀ ਹੋਣਾ ਚਾਹੀਦਾ, ਕਲਿੱਕ ਹੋਣਾ ਚਾਹੀਦਾ ਹੈ, ਐਵਰੀਥਿੰਗ ਆਟੋਮੈਟਿਕ ਚੱਲੇ, ਆਪਣੇ ਆਪ ਦੂਜੇ ਦੇ ਪਿੱਛੇ ਚੱਲ ਪਵੇ, these kind of stuff। ਬੱਚਿਓ, ਤੁਹਾਨੂੰ ਇਹ ਬਹੁਤ ਆਸਾਨ ਤਰੀਕੇ ਨਾਲ ਦੱਸਿਆ ਗਿਆ ਹੈ। ਦੈਨ MS ਪਾਵਰ ਪੁਆਇੰਟ ਨੂੰ ਤੁਸੀਂ ਸਲਾਈਡ ਸ਼ੋ ਦੇ ਵਜੋਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ? ਸਲਾਈਡ ਸ਼ੋ ਫਰੋਮ ਬਿਗਿਨਿੰਗ, ਤੁਹਾਡੀ ਇਹ ਸਲਾਈਡ ਸ਼ੋ ਇਸ ਤਰ੍ਹਾਂ ਨਾਲ ਸ਼ੋ ਹੋਵੇਗੀ। ਇਮੈਜਿਨ ਕਰੋ ਤੁਸੀਂ ਕਿਸੇ ਨੂੰ ਕੁਝ ਪ੍ਰੈਜ਼ੈਂਟ ਕਰਨਾ ਹੈ, ਪਹਿਲਾਂ ਤੁਹਾਡੀ ਸਲਾਈਡ ਚੱਲੀ, ਫਿਰ ਤੁਹਾਡਾ ਟੈਕਸਟ ਆਇਆ। ਕਈ ਤਰ੍ਹਾਂ ਦੀਆਂ ਇਮੇजेस ਤੁਸੀਂ ਯੂਜ਼ ਕਰ ਸਕਦੇ ਹੋ, ਫਰੋਮ ਬਿਗਿਨਿੰਗ, ਫਰੋਮ ਕਰੰਟ ਸਲਾਈਡ, ਕਿਸੇ ਖਾਸ ਟੌਪਿਕ ਤੋਂ ਚੂਜ਼ ਕਰ ਸਕਦੇ ਹੋ। ਸੈਟਅਪ ਸ਼ੋ ਕਿਸ ਤਰ੍ਹਾਂ ਨਾਲ ਸੈਟਅਪ ਕਰਨਾ ਹੈ। ਪਰ ਤੁਹਾਨੂੰ ਇਹ ਟੌਪਿਕ ਸਿਲੇਬਸ ਦੇ ਵਿੱਚ ਨਹੀਂ ਹੈ, ਤੁਸੀਂ ਇਸ ਨੂੰ ਕ੍ਰਾਸ ਕਰ ਦਿਓ। ਮੈਂ ਇਸੇ ਕਰਕੇ ਦੱਸਿਆ ਹੈ ਕਿਉਂਕਿ ਤੁਸੀਂ ਪਾਵਰ ਪੁਆਇੰਟ ਦੇ ਵਿੱਚ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ ਨਾਲ ਆਸਾਨੀ ਨਾਲ ਦਿਖਾ ਸਕਦੇ ਹੋ। ਠੀਕ ਹੈ। ਦੈਨ ਪ੍ਰੈਜੈਂਟੇਸ਼ਨ ਨੂੰ ਸੇਵ ਕਰਨਾ, ਕਿਸੇ ਵੀ ਹੋਰ ਫਾਈਲ ਦੀ ਤਰ੍ਹਾਂ ਅਸੀਂ ਇਸ ਨੂੰ ਵੀ ਸੇਵ ਕਰਨਾ ਹੈ, ਬਟ ਇਸ ਦਾ ਫਾਰਮੈਟ ਕੀ ਹੋਏਗਾ? .ppt ਜਾਂ pptx। ਇਹ ਸਟੈਪ ਬਾय ਸਟੈਪ ਤੁਹਾਨੂੰ ਦੱਸਿਆ ਗਿਆ ਹੈ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ ਨਾਲ ਸੇਵ ਕਰ ਸਕਦੇ ਹੋ। ਪ੍ਰੈਜੈਂਟੇਸ਼ਨ ਨੂੰ ਵੀਡੀਓ ਫਾਈਲ ਵਜੋਂ ਵੀ ਸੇਵ ਕਰ ਸਕਦੇ ਹੋ। ਫਾਈਲ, ਸੇਵ ਐਜ਼, ਕਿਸ ਤਰੀਕੇ ਨਾਲ ਤੁਸੀਂ ਸੇਵ ਕਰਨਾ ਹੈ? JPEG, TNG, WMV, ਰਿਕਾਰਡ, ਸਲਾਈਡ ਸ਼ੋ, ਇਹ ਸਾਰੇ ਵੀਡੀਓ ਫਾਰਮੈਟਿੰਗ ਦੇ ਵਿੱਚ ਆਉਣਗੇ। ਫਾਈਲ ਟੈਬ ਤੇ ਕਲਿੱਕ ਕਰੋ, ਸੇਵ ਐਜ਼ ਡਰਾਈਵਿੰਗ ਖੋਲਣ ਲਈ। ਯਾਦ ਰੱਖੋ ਕਿ ਵੀਡੀਓ ਫਾਈਲ ਬਣਾਉਣਾ ਇੱਕਦਮ ਹੋਣ ਵਾਲੀ ਪ੍ਰਕਿਰਿਆ ਨਹੀਂ ਹੈ। ਜਿਵੇਂ ਕਿ ਹੋਰ ਫਾਈਲ ਟਾਈਪਸ ਵਿੱਚ ਹੁੰਦਾ ਹੈ, ਪਾਵਰ ਪੁਆਇੰਟ ਨੂੰ ਵੀਡੀਓ ਫਾਈਲਾਂ ਬਣਾਉਣ ਦੀ ਜ਼ਰੂਰਤ ਪੈਂਦੀ ਹੈ। ਅਸੀਂ ਆਪਣੀ ਪ੍ਰੈਜੈਂਟੇਸ਼ਨ ਵਿੰਡੋ ਦੇ ਹੇਠਾਂ ਵੀ ਵੀਡੀਓ ਬਣਾਉਣ ਦੀ ਪ੍ਰਕਿਰਿਆ ਨੂੰ ਦੇਖ ਸਕਦੇ ਹਾਂ। ਜਦੋਂ ਪ੍ਰੈਜੈਂਟੇਸ਼ਨ ਬਣਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਵੀਡੀਓ ਫਾਈਲ ਨੂੰ ਨਿਯੁਕਤ ਜਗ੍ਹਾ ਤੇ ਬਣ ਜਾਂਦੀ ਹੈ। ਇਮੇਜ ਫਾਈਲਸ, ਬਹੁਤ ਸਾਰੀਆਂ ਫਾਈਲਾਂ ਦੀਆਂ ਕਿਸਮਾਂ ਜਿਨ੍ਹਾਂ ਦੀ ਪਾਵਰ ਪੁਆਇੰਟ ਸਮਰਥਨ ਕਰਦਾ ਹੈ। ਇਮੇਜ ਫਾਈਲ ਵੀ ਇਸ ਦੁਆਰਾ ਸਪੋਰਟ ਕੀਤੀ ਜਾਂਦੀ ਹੈ। ਇਮੇਜ ਫਾਈਲਾਂ ਲਈ ਐਕਸਟੈਂਸ਼ਨ ਦਾ ਇੱਕ ਸੈੱਟ ਹੈ, ਜਿਵੇਂ ਕਿ .jpg, GIF ਐਂਡ TIFF, ਅਤੇ ਸਭ ਤੋਂ ਵੱਧ ਯੂਜ਼ ਕੀਤੀ ਜਾਂਦੀ .bmp। ਪ੍ਰੈਜੈਂਟੇਸ਼ਨ ਦੀ ਪ੍ਰਿੰਟਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਤੁਸੀਂ
ਬ੍ਰੌਡਕਾਸਟਿੰਗ ਲਿਸਟ ਸ਼ੋ ਦੇ ਵਿੱਚ ਕਿਵੇਂ ਇਸ ਨੂੰ ਯੂਜ਼ ਕਰ ਸਕਦੇ ਹੋ। ਤੁਸੀਂ ਆਪਣੀ ਫਾਈਲ ਨੂੰ ਦੁਨੀਆ ਭਰ ਤੱਕ ਕਿਵੇਂ ਪਹੁੰਚਾ ਸਕਦੇ ਹੋ, ਉਸ ਦੇ ਲਈ ਬ੍ਰੌਡਕਾਸਟਿੰਗ ਲਿਸਟ ਯੂਜ਼ ਕੀਤੀ ਜਾਂਦੀ ਹੈ। ਸਾਨੂੰ ਸਿਰਫ ਲਿੰਕ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਦੀ ਲੋੜ ਹੁੰਦੀ ਹੈ। ਕੋਈ ਵੀ ਲਿੰਕ ਹੈ ਉਸ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਪੈਕੇਜਿੰਗ PPT। ਕੁਝ ਪ੍ਰੈਜੈਂਟੇਸ਼ਨ ਦਰਸ਼ਕਾਂ ਨੂੰ CD ਦੇ ਰੂਪ ਵਿੱਚ ਵੰਡਣਾ ਜ਼ਿਆਦਾ ਬਿਹਤਰ ਰਹਿੰਦਾ ਹੈ। ਅਜਿਹੇ ਮਾਮਲਿਆਂ ਵਿੱਚ ਅਸੀਂ ਇੱਕ CD ਪੈਕੇਜ ਬਣਾ ਸਕਦੇ ਹਾਂ ਅਤੇ CD ਰਾਈਟ ਕਰਕੇ ਵੰਡ ਸਕਦੇ ਹਾਂ। ਬੱਚਿਓ, ਦਿਸ ਟੌਪਿਕ ਡਾਕੂਮੈਂਟ ਪਾਸਵਰਡ ਸੈੱਟ ਕਰਨਾ ਇਹ ਵੀ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ, ਸੋ ਇਸ ਨੂੰ ਕ੍ਰਾਸ ਕਰ ਦਿਓ। ਦਿਸ ਵਨ ਇਜ਼ ਨਾਟ ਈਦਰ, ਇਸ ਨੂੰ ਵੀ ਕ੍ਰਾਸ ਕਰ ਦਿਓ। ਇਸ ਦੇ ਨਾਲ ਹੀ ਤੁਹਾਡਾ ਚੈਪਟਰ ਖਤਮ ਹੁੰਦਾ ਹੈ। ਇਹ ਬਹੁਤ ਜ਼ਰੂਰੀ ਗੱਲਾਂ ਹਨ। ਜੇ ਕਿਸੇ ਨੂੰ ਇਸ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤਾਂ ਮੇਰੇ ਨਾਲ ਗੱਲ ਕਰ ਸਕਦੇ ਹੋ। ਧੰਨਵਾਦ।